Good morning, student. Today we are going to discuss about portal hypertension and esophageal varices. Portal hypertension is characterized by to the prolonged elevations of venous pressure as a result increasing resistant aorta obstruction in blood flow through the portal vein system. नॉर्मली प्लेटलेट लाइन हाइपरटेंशन की ਹੁੰਦਾ कि हाइपरटेंशन ਉਸ ਏਰੀਆਜ਼ ਦੇ ਉੱਤੇ ਬਲੱਡ ਦਾ ਪ੍ਰੈਸ਼ਰ ਹਾਇਰ ਹੋ ਜਾਣਾ ਕਿਹੜੇ ਏਰੀਆ ਦੇ ਉੱਤੇ ਲੀਵਰ ਦੇ ਪੋਰਟਲ ਵੇਨਸ ਦੇ ਉੱਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਹਾਇਰ ਹੋ ਜਾਣਾ ਸਸਟੇਨਡ ਰਾਈਜ਼ ਇਨ ਦਾ ਹਾਈਪਰ blood pressure या BP hypertension within to the portal venous system over 10 millimmercury तो above हो जाता है causes की है increasing to the vascular resistance ਉੱਥੇ blood vessels ਦੀ resistance pressure ਨੂੰ higher ਹੋਣ ਦਾ reason ਕੀ ਬਣਦੇ ਆ intrahepatic ਜਿਹਦੇ ਵਿੱਚ ਕੀ ਹੈ ਕਿ ਲੀਵਰ ਦੇ ਵਿੱਚ ਕੀ ਰਿਸਪੌਂਸਿਬਲ ਹੈ cirrhosis infiltrations polycystic disease any cyst form in the liver then to the cytosomatic that is the ਜਿਹਦੇ ਵਿੱਚ ਕੀ ਹੈ ਇਨਫੈਕਸ਼ਨਸ ਹੁੰਦਾ ਹੈ ਡਿਊ ਟੂ ਦਾ ਪਿਓਰ ਵਾਟਰ ਮੀਨਸ ਡਾਇਰੈਕਟ ਵਾਟਰ ਹੈ ਜਿਹੜਾ ਕਲੀਨ ਵਾਟਰ ਡਰਿੰਕ ਕਰਨ ਦੇ ਨਾਲ ਕੀ ਹੈ ਵਰਮ ਹੈ ਜਿਹੜਾ ਪੈਸਟੀਸਾਈਡ ਆ ਉਹ ਡਿਵੈਲਪ ਹੋ ਜਾਂਦਾ ਇਨਫਲੇਮੇਟਰੀ ਫਾਰਮ ਆਫ ਲੀਵਰ ਇਨਕਰੀਜ਼ ਹੋ ਜਾਂਦਾ ਨॉन ਸਿਸਕਰੋਟਿਕ ਪੋਰਟਲ ਫਾਈਬਰੋਸਿਸ ਜਿਹਦੇ ਵਿੱਚ ਕੀ ਆ ਕਿ ਇੰਟਰਾ ਔਰ ਐਕਸਟਰਾ ਵਿਦਆਊਟ ਸਾਇਰੋਸਿਸ ਤੋਂ ਇੰਟਰਾਹੈਪੈਟਿਕ ਜਾਂ ਆਊਟਰ ਸਾਈਡਡ ਤੋਂ ਜਿਹੜਾ ਹੈਪੈਟਿਕ ਦੇ ਉੱਤੇ ਪ੍ਰੈਸ਼ਰ ਪੈ ਰਿਹਾ ਉਹਦੇ ਕਰਕੇ ਟਿਸ਼ੂਜ਼ ਨੇ ਜਿਹੜੇ ਡੈਮੇਜ ਹੋ ਰਿਹਾ ਨੈਕਸਟ ਦਾ ਪੋਰਟਲ ਵੇਨ ਥ੍ਰੋਮਬੋਸਿਸ ਟਿਊਮਰ ਐਂਡ ਇਨਫੈਕਸ਼ਨਸ ਜਾਂ ਤਾਂ ਵੇਨਸ ਦੇ ਵਿੱਚ ਟਿਊਮਰ ਡਿਵੈਲਪਮੈਂਟ ਕਰਕੇ ਕੰਪਰੈਸ ਹੋ ਰਿਹਾ ਜਾਂ ਫਿਰ ਉਹਦੇ ਵਿੱਚ ਕਲੌਟਿੰਗ ਫੈਕਟਰ ਹੈ ਨੈਕਸਟ ਇਜ਼ ਦਾ ਇਨਫੈਕਸ਼ਨਸ ਹੈ ਜਿਹੜਾ ਵੀਨਸ ਦਾ ਨੈਕਸਟ ਆ ਗਿਆ ਹੈਪੈਟਿਕ ਵੇਨ ਥ੍ਰੋਮਬੋਸਿਸ ਬੈਂਡਡ ਚਾਈਲਡ ਸਿੰਡਰਮ ਜਿਹਦੇ ਵਿੱਚ ਕੀ ਬਲੱਡ ਵੈਸਲਸ ਡਿਸਆਰਡਰਸ ਨੇ ਇਲੈਸਟਿਸਿਟੀ ਪੇਅਰ ਹੋ ਜਾਂਦੀ ਆ ਵੀਨੋ-ਓਕੂਲੇਸਿਵ ਡਿਸੀਜ਼ ਓਕੂਲੇਸ਼ਨਸ ਮੀਨਸ ਕੀ ਆ ਕਿ ਵੇਨਸ ਦੇ ਵਿੱਚ ਕੀ ਆ ਓਕੂਲੇਸ਼ਨ ਆਬਸਟ੍ਰਕਸ਼ਨ ਹੋਣੀ ਆ ਸਟਾਰਟ ਹੋ ਜਾਂਦੀ ਆ ਸਸਟੇਨਡ ਹਾਈ ਸਪਲੈਨਿਕ ਇਨਫਲੋ ਸਪਲੀਨ ਦੇ ਵੱਲੋਂ ਹਾਈ ਫਲੋ ਹੈ ਜਿਹੜਾ ਆਉਣਾ ਸਟਾਰਟ ਹੋ ਜਾਂਦਾ ਦੈਟ ਇਜ਼ ਦਾ ਸਪਲੀਨੋਮੈਗਾਲੀ ਮੀਨਸ ਉਹਦੇ ਵਿੱਚ ਕੀ ਆ ਅਬਨੋਰਮੈਲਿਟੀ ਆਫ ਦੀ ਕੈਂਸਰਸ ਫਾਰਮ ਦੇ ਵਿੱਚ ਉਹ ਡਿਵੈਲਪ ਹੋ ਜਾਂਦੀ ਹੈ ਸਪਲੀਨ ਮੇਜਰ ਆਰਟਰੀਓਵੈਂਟ੍ਰੀਕੂਲਰ ਫਿਸਟੂਲਾ ਜਾਂ ਤਾਂ ਆਰਟਰੀ ਤੇ ਵੀਨਸ ਦੇ ਵਿੱਚ ਫਿਸਟੂਲਾ ਜਿਹਦੇ ਕਰਕੇ ਇਨਰ ਸਾਈਡਡ ਕੀ ਆ ਬਲੀਡਿੰਗ ਹੋ ਰਹੀ ਆ inadequate decompressive by the venous collateral esophageal disorder retrooperational कोई भी previous operation time है then पेरियम्बाइकल means की है पेरिटोनियम और प्लस इम्बाइकल कैविटी दा inflammatory form next to the hemorrhageal inner sided bleeding हो रही है पेशेंट ते that's reasons ਦੇ ਵਿੱਚ ਕੀ ਹੈ portal hypertension ਹੈ ਜਿਹੜੀ ਉਹ ਹੋ ਸਕਦੀ ਹੈ portal hypertension ਦੇ ਵਿੱਚ ਮੇਨਲੀ ਕੀ ਹੁੰਦਾ ਹੈ ਕਿ ਇਹਦੇ ਵਿੱਚ ਕੀ ਆ arteriovenous turning and to the mechanical obstructions ਹੁੰਦੀ ਹੈ ਜਿਹਦੇ ਕਰਕੇ blood supply properly ਨਹੀਂ ਜਾਂਦੀ ਜਾਂ ਤਾਂ ਪੇਸ਼ੈਂਟ ਨੂੰ ਹੈਮਰਾਇਡ ਹੋ ਰਿਹਾ blood vessels weak ਨੇ और पेशेंट्स ਦੇ ਉੱਤੇ ਕੀ ਆ ਮੋਡਰੇਟ ਐਨੀਮੀਆ ਹੋ ਰਿਹਾ ਨਿਊਟ੍ਰੋਫੀਨੀਆ ਹੋ ਰਿਹਾ ਪੇਸ਼ੈਂਟਸ ਨੂੰ ਥ੍ਰੋਮਬੋਬੈਕਟੋਪੀਨੀਆ ਹੋ ਰਿਹਾ ਜਿਹਦੇ ਵਿੱਚ ਕੀ ਹੈ ਕਿ ਐਨੀਮਿਕ ਡਿਸਆਰਡਰਸ ਨੇ ਹਾਈਪਰਸਪਲੀਨਿੰਗ ਇਫੈਕਟ ਪ੍ਰੈਸ਼ਰ ਆ ਜਿਹੜਾ ਉਹ ਜ਼ਿਆਦਾ ਹੋ ਗਿਆ ਸੋ ਇਸ ਫਾਰਮ ਦੇ ਵਿੱਚ ਕੀ ਆ ਕਿ ਪੇਸ਼ੈਂਟ ਦੇ ਉੱਤੇ ਕੀ ਆ ਪੋਰਟਲ ਹਾਈਪਰਟੈਂਸ਼ਨ ਹੋ ਸਕਦੀ ਆ ਪੋਰਟਲ ਹਾਈਪਰਟੈਂਸ਼ਨ ਦੇ ਆਪਾਂ ਤਿੰਨ ਕਾਜ਼ਸ ਪੜੇ ਸੀ ਐਕਸਟਰਾਹੈਪੈਟਿਕ ਇੰਟਰਾਹੈਪੈਟਿਕ ਐਂਡ ਟੂ ਦਾ ਸਿੰਸੋਡੀਅਲ ਮੀਨਸ ਕਿ ਜਿਹੜਾ ਆਊਟਰ ਸਾਈਡਡ ਆਫ ਦਾ ਉਹ ਤੋਂ ਪੈ ਰਿਹਾ फर्स्ट वन एक्सट्रा ते इंट्राहेपेटिक दे विच की ओक्लूजन होगी उत्थे ब्लॉकेज हो रही है दैन इंक्रीजिंग द रेजिस्टेंस ऑफ द पोर्टल सर्कुलेशन जेड़ा पोर्टल सर्कुलेशन है प्रेशराइज या फिर ब्लॉकेज होने करके रीसस्टेन मींस ज्यादा टाइम उत्थे स्टे कर रहा इंक्रीजिंग द पोर्टल ब्रेन प्रेशर मोर देन नॉट टू द 25 मिलीमीटर्स ਜਿਹਦੇ ਵਿੱਚ ਕੀ ਹੈ ਕਿ ਪ੍ਰੈਸ਼ਰ ਆ ਮੋਰ ਦੈਨ ਆਫ ਦਾ 25 ਤੋਂ ਅਬਵ ਹੋ ਜਾਂਦਾ ਦੈਨ ਉਹਦੇ ਰਪਚਰ ਹੋਣ ਦੇ ਚਾਂਸਸ ਆ ਵੱਧ ਜਾਂਦੇ ਆ ਨਾਰਮਲ ਰੇਸ਼ੀਓਸ ਤੇ ਕੀ ਹੈ 10 ਤੋਂ ਵੀ ਅਬਵ ਚਲਾ ਜਾਂਦਾ ਹੈ ਸਿੰਸੋਡੀਅਲ ਦੇ ਵਿੱਚ ਕੀ ਹੈ ਕਿ ਲੀਵਰ ਇੰਜਰੀ ਹੋ ਗਈ ਹੈ ਰਿਲੀਜ਼ਿੰਗ ਦਾ ਮੈਡੀਏਟਰਸ ਹੁਣ ਉਹਦੇ ਐਂਜ਼ਾਈਮਸ ਨੇ ਜਿਹੜੇ ਪ੍ਰੋਡਿਊਸ ਹੋਣੇ ਸ਼ੁਰੂ ਹੋ ਗਏ ਕੰਟਰਾ ਰਿਐਕਸ਼ਨਸ ਆਫ ਦਾ ਐਕਟੀਵੇਟਸ ਟੈਲੀਏਟ ਸੈਲਸ ਹੁਣ ਸੈਲਸ ਦੇ ਵਿੱਚ ਕੀ ਆ ਕੰਟਰਾ ਇੰਡੀਕੇਟਡ ਮੀਨਸ ਕੀ ਆ ਕਿ ਉਥੇ ਹੈਲਦੀ ਔਰ ਨਾਨ ਹੈਲਦੀ ਸੈਲਸ ਦੇ ਵਿੱਚ ਕੀ ਆ ਫਾਈਟਿੰਗ ਹੁੰਦੀ ਆ ਅਬਨੋਰਮਲ ਬਲੱਡ ਫਲੋ ਪੈਟਰਨ ਫਿਰ ਉੱਥੇ ਕੀ ਆ ਅਬਨੋਰਮਲ ਬਲੱਡ ਫਲੋ ਪੈਟਰਨ ਹੋ ਜਾਂਦਾ ਜਦੋਂ ਇਨਰ ਸਾਈਡਡ ਇੰਜਰੀ ਹੋ ਗਈ ਆ ਇਨਕਰੀਜ਼ਿੰਗ ਦਾ ਰੈਸਿਸਟੈਂਟ ਫਿਰ ਬਲੱਡ ਉੱਥੇ ਜ਼ਿਆਦਾ ਟਾਈਮ ਤੱਕ ਕੀ ਆ ਸਟੇ ਕਰਦਾ ਜਿਹੜਾ ਫਰਦਰ ਕੀ ਕਰੇਗਾ clotting factor ਨੂੰ enhance ਕਰੇਗਾ extract hyper blood pressure on the wall of the portal vein and branch ਜਦੋਂ blood ਉੱਥੇ ਖੜ ਗਿਆ ਤਾਂ ਉਹਨੇ ਕੀ ਕਰਨਾ portal walls ਦੇ ਉੱਤੇ pressure ਨੂੰ enhance ਕਰ ਦੇਣਾ ਜਿਹਦੇ ਕਰਕੇ ਕੀ ਆ portal hypertension increase ਹੋਗੀ ਹੁਣ ਇਹਦੇ ਵਿੱਚ responsibles ਕੀ ਹੋ ਰਿਹਾ
फर्स्ट वन इज टू द सेप्लिनोमेगलाइज, जिहदे करके एनीमिया, ल्यूकोपीनिया एंड थ्रोम्बोबैक्टोपीनिया होया, जिहदे करके ब्लड डिसऑर्डर्स आ गया और ब्लड दे विच की क्लॉटिंग फैक्टर अबनॉर्मलिटीज आ गई, जिहदे क्लॉट फैक्टर एबनॉर्मलिटीज आ गई तो ऑटोमैटिकली पोर्टल वेन दे विच की थ्रोम्बोसिस मीनस क्लॉट फैक्टर डिवेलप होणगे। ਜਦੋਂ ਉਸ ਦੇ ਉੱਤੇ ਲਗਾਤਾਰ ਪ੍ਰੈਸ਼ਰ ਪਈ ਜਾਏਗਾ ਫਿਰ ਉਹ ਕੀ ਕਰੇਗਾ, ਐਸਾਈਟਸ। ਐਸਾਈਟਸ ਹੁੰਦਾ ਹੈ ਕਿ ਲੀਵਰ ਦੇ ਦੁਆਰਾ ਸਿਰੋਸਿਸ ਹੋਣ ਕਰਕੇ ਪੈਰੀਟੋਨੀਅਲ ਕੈਵਿਟੀ ਦੇ ਵਿੱਚ ਫਲੂਇਡ ਹੈ ਜਿਹੜਾ ਉਹ ਆ ਜਾਂਦਾ, ਜਾਂ ਫਿਰ ਹੈਮਰੋਇਡ ਹੋਣ ਕਰਕੇ ਕੀ ਐਸਾਈਟਸ ਹੋ ਸਕਦਾ। ਫਿਰ ਪ੍ਰੈਸ਼ਰ ਜਦੋਂ ਹਾਇਰ ਹੋਊਗਾ ਕੀ ਹੋਊਗਾ, ਪ੍ਰੋਟੋਸਿਸਟਮੈਟਿਕ ਐਨਾਸਟੋਮਿਸਿਸ। ਹੁਣ ਕੀ ਆ, ਪ੍ਰੋਟਲ ਜਿਹੜਾ ਵੇਨ ਹੈ ਉਹਦਾ ਸਿਸਟਮ ਕੀ ਆ, ਉਹ ਡਿਸਟਰਬ ਹੋਊਗਾ। ਕਿੱਦਾਂ ਹੋਊਗਾ, ਈਜੀ ਜੰਕਸ਼ਨ, ਗੈਸਟ੍ਰੋਈਸੋਫੇਗਲ ਜੰਕਸ਼ਨਸ ਦੇ ਉੱਤੇ ਪ੍ਰੈਸ਼ਰ ਹੋਊਗਾ, रैक्टम एरिया ते प्रेशर होगा ड्यू टू द साइटस या हेमोरॉइड, ठीक है। इंक्रीज होगा एब्डोमिनल वॉल कैविटी से, जो असाइटस हो गया तो पेरिटोनियल कैविटी दे विच फ्लूइड कम्युलेशन ज्यादा हो जानी है, फ्लूइड कम्युलेशन ज्यादा होने करके पेरिटोनियल कैविटी दे उत्ते प्रेशर होगा एब्डोमिनल वॉल से। डायफ्राम की अपवर्ड रहूगा, जिहदे करके पेशेंट्स नूं ब्रीथिंग डिफिकल्टीज आउणगियां। पेरिटोनियल कैविटी चो बैक प्रेशर है जिहड़ा वो डायफ्राम ते होएगा। रेट्रोपेरिटोनियल्स, पेरिटोनियल कैविटी दे विच की रीगरगेशन मीनस बैकफ्लो होएगा, जिद्दां असीं डायफ्रामेटिक कहने आ। फर्दर की है, जे ईसोफेगल जंक्शनस दे उत्ते अबनॉर्मलिटी आंदी है तां की होएगा, ईसोफेगल्स वेन डायलिटेशंस, वेन्स ने जिहड़ियां ईसोफेगल्स दियां ओ की आ डायलेट हो जाणगियां। इंटरनल हैमोरॉइड होएगा, जदों रेक्टम एरिया ते होएगा तां उदों की आ हैमोरॉइड इंक्रीज करेगा प्रेशर्स नूं। नैक्सट की आ कैपुट दा मेडिसिना, मतलब कि एब्डोमिनल वॉल्स दे उत्ते प्रेशर आने दे नाल बाकी जिहड़े ऑर्गन्स ने कंप्रेस्ड हो जाणगे। डायफ्रामेटिक इज द स्पाइडर एंजोनेलिस, मीनस की है कि ओदे ब्रीथिंग सर्कुलेशन प्लस ओदा कार्डिक सर्कुलेशन अफेक्टेड होगा ड्यू टू द पुअर सर्कुलेशंस करके। जदों ईसोफेगस और रेक्टम दे विचों हो गया तां ओह की इंडिकेट कर रहा है, जीआई ब्लीडिंग, गैस्ट्रोइंटेस्टाइनल ट्रैक दे विच ओदी ब्लीडिंग होण दा स्टार्टिंग दा प्रोसेस आ उसनूं ओहने इंडिकेट करता। नेक्स्ट आ गया क्लिनिकल फीचर्स दे विच की आ सेप्लिनोमेगलाइज, वेरिसियस ब्लीडिंग, रेक्टल ब्लीडिंग, असाइटस, अनीमा एंड प्रेशर्स ऑफ द कैपुट्स मेडिसियर। इन्ने एरियाज दे उत्ते की है प्रेशर पै जाएगा, जिहदे करके की एब्डोमिनल एरिया दे लेफ्ट राइट साइड ऑफ द की है लीवर साइड की है इनलार्जमेंट होगा, जिहदे करके की उस एरिया ते प्रेशर होगा। Esophagus varices already discussed, but here I would like to again discuss. There are the collateral vessels form into the submucosa into the esophagus and extract into the stomach। ਹੁਣ ਕੀ ਹੈ ਕਿ ਜਦੋਂ stomach area ਦੇ ਵਿੱਚ esophagus veins ਦੀ rupturations ਹੋਏਗੀ, further ਉਹ digestive system ਨੂੰ affect ਕਰੇਗੀ, means blood ਵਾ ਜਿਹੜਾ ਗਾਹਾਂ ਉਹ circulate ਹੋ ਕੇ liver ਤੱਕ ਨਹੀਂ ਜਾਣਾ। These are not elastic but the फ्रिगलाइट्स इज द ब्लीडिंग ईजली, ਇਹਦੇ ਵਿੱਚ ਈਜ਼ਲੀ ਕੀ ਹੈ ਬਲੀਡਿੰਗ ਹੈ ਜਿਹੜੀ ਉਹ ਹੋ ਜਾਂਦੀ ਹੈ। ਇਹਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਈਸੋਫੇਗਸ ਫਾਰਮ ਦੇ ਵਿੱਚ ਇਨਰ ਸਾਈਡਡ ਜਿਹੜੀ ਬਲੱਡ ਵੈਸਲਸ ਨੇ ਉਹ ਪ੍ਰੋਮੀਨੈਂਟ ਹੋ ਚੁੱਕੀਆਂ ਨੇ, ਜ਼ਿਗਜ਼ੈਗ ਫਾਰਮ ਦੇ ਵਿੱਚ ਉਹ ਸਾਨੂੰ ਵਿਜ਼ੂਅਲਾਈਜ਼ਡ ਹੋ ਰਹੀਆਂ ਨੇ। ਵੈਰੀਕੋਸ ਦੇ ਚਾਂਸਸ ਕੀ ਹੈ, ਈਸੋਫੇਗਸ ਦੇ ਵੈਰੀਸਾਈਸਿਸ ਦੇ ਵਿੱਚ ਕੀ ਆ ਚਾਂਸਸ ਕੀ ਬਲੀਡਿੰਗ ਕਿੱਦਾਂ ਹੋ ਸਕਦੀ ਹੈ, ਸਨੀਜ਼ਿੰਗ, ਕਫਿੰਗ ਐਂਡ ਵੋਮਿਟਿੰਗ। ਚੈਸਟ ਏਰੀਆ ਦੇ ਉੱਤੇ ਹਾਇਰ ਕੰਪਰੈਸ਼ਨਸ ਹੋਣ ਦੇ ਨਾਲ ਈਸੋਫੇਗੇਜਾਈਟਿਸ इन्फ्लामेशन फॉर्म है जी ईसोफेगस की ओदे करके। नेक्स्ट इज इरिटेशंस ऑफ द वेसल्स बाय पुअर फूड, जहां प्रॉपरली फूड दे करके वो इरीगेशंस होंदी है, जिद्दां कि स्पाइसी फूड हो गया या की आ ज़्यादा हैवी फूड हो गया, जिहदे करके उत्थे म्यूकस मैम्ब्रेन जिहड़ी इरीगेशन होंदी है ते ब्लड वेसल्स ईजली रप्चर हो जांदियां ने। रिफ्लैक्स ऑफ द स्टमक कंटेंट, जिहड़े रिफ्लैक्स हो रहे हैं स्टमक कंटेंट मिलदी है GERD या पेशेंट नूं डिसऑर्डर है, जिहदे करके कि वोमिटिंग रिफ्लैक्सेस दे नाल बैकफ्लो दे नाल उस एरिया दे उत्ते की हो रहा वा इरीगेशंस हो रही है। मस्कुलर एक्सट्रैक्शंस बाय टू द लिफ्टिंग हैवी ऑब्जेक्टिव, जदों असीं कोई भी हैवी ऑब्जेक्ट नूं लिफ्ट या पुश डाउन करदे हां तां एब्डोमिनल या चेस्ट कैविटी दे विचों जदों मसल्स दी ज़्यादा प्रेशराइज कीता जांदा तां उदों भी इंटरनल ब्लीडिंग होण दे चांसेस ज़्यादा रहिंदे आ। नैक्सट इज द पैथोफिजियोलॉजी, प्रोटल हाइपरटेंशन होंदी है पेशेंट्स नूं, डेवलपमेंट ऑफ द प्रेशर्स gradient of 12 millimeter of Hg or to the more between the portal vein and inferior vena cava। ਹੁਣ more than of the portal vein ਦੇ ਵਿੱਚ pressure ਹੈ ਜਿਹੜਾ ਉਹ normal ਨਾਲੋਂ increase ਹੋ ਜਾਏਗਾ, 10 mm ਤੋਂ ਵੀ increase ਹੋਏਗਾ। venous collateral develop ਹੋ ਜਾਣਗੀਆਂ, ਉਹਦੇ ਵਿੱਚ ਕੀ ਹੈ collateral means ਕਿ ਉੱਥੇ obstruction start ਹੋਏਗੀ। abnormal varicoid vessels, abnormal varicoid vessels ਕੀ ਉਹਦਾ ਜਿਹੜਾ structure ਆ ਉਹ abnormal form ਦੇ ਵਿੱਚ develop ਹੋਏਗਾ। Vessels may be rupture cause life threatening hemorrhage। ਹੁਣ ਇਹਦੇ ਵਿੱਚ again and again ਜਿਹੜੀ ਹੈ life threatening conditions ਦੇ ਵਿੱਚ ਕੀ ਆ ਉਹ
ब्लीडिंग है वो अगेन एंड अगेन हो सकती है पेशेंट की। नेक्स्ट आ गया क्लिनिकल मैनिफेस्टेशंस दे विच की है। फर्स्ट वन इज द कूल एंड क्लैमी स्किन, बॉडी दे विच ब्लड लॉस हो जाएगा तो उहदे नाल की होएगा, स्किन है जिहड़ी कूल एंड क्लैमी हो जाएगी। नेक्स्ट हाइपोटेंशन होएगी पेशेंट्स नू, और नेक्स्ट इज द टैकीकार्डिया पेशेंट्स दे विच हो सकता है। डायग्नोस्टिक टेस्ट कंप्लीट हेमोरेज, hemogram, LFT, liver functioning test, checking to the portal pressure and direct laparotomy and indirect liver scan, splenoprotography and abdominal angiography। फर्दर स्टडीज होनी है जिहदे नाल की है इंटरनल ब्लीडिंग कित्थों रप्चर हुई है, एंजियोग्राफिक फॉर्म दे विच डाया पा के फिर उस एरियाज नू ब्लॉक कर दिता जाऊगा। एंडोस्कोपिक फर्स्ट ग्रेडिंग जस्ट विजुअलाइज द वेसल्स, इस फर्स्ट फॉर्म दे विच देखदे आ ब्लड वेसल्स नू। ग्रेड 2 दे विच ऑक्यूपाई 20% ऑफ द ल्यूमेंस नू कवर कर लेने, सेकंड दे विच जदों ब्लड वेसल्स ने उस एरियाज नू कितना कवर कर लिया हुंदा है कि 50% ऑफ द मोर देन कर लेंदे आ। ग्रेडिंग हुंदी है वेसल्स ओब्लिएटर एंड टू द इसोफेगस ल्यूमेंस। हुण प्रॉपरली इसोफेगस ल्यूमेंस नू असीं कवर कर लवांगे जिहदे नाल पता चलेगा कि किहड़े पार्ट दे उत्ते की है वेरिकोज वेन जिहड़ी ब्लीडिंग आ वो हो चुकी है। liver scan, liver biopsy, portal venography and to the percutaneous splenoprotography। ਇਹਦੇ ਵਿੱਚ ਕੀ ਹੈ ਕਿ ਗ੍ਰਾਫਿਕਲੀ ਅਸੀਂ ਉਸ ਚੀਜ਼ ਨੂੰ ਆਬਜ਼ਰਵ ਕਰਦੇ ਹਾਂ ਡਾਇਆਫਾਰਮ ਦੇ ਵਿੱਚ ਕਿ ਜਿਹੜੀਆਂ ਬਲੱਡ ਵੈਸਲਸ ਨੇ ਉਹ ਕਿੱਥੇ ਰਪਚਰ ਹੋਈਆਂ ਨੇ ਜਾਂ ਫਿਰ ਕਿੱਥੇ ਉਹਨਾਂ ਦੀ obstruction ਹੋਈ ਹੈ ਜਿਹਦੇ ਕਰਕੇ ਇਨਸਾਈਡਡ ਬਲੀਡਿੰਗ ਹੋਈ ਹੈ, ਜਾਂ ਫਿਰ ਆਕਸੀਜਨ ਦੀ ਕਮੀ ਹੋਣ ਕਰਕੇ ਕੀ ਆ ਉਹ ਪ੍ਰੈਸ਼ਰਾਈਜ਼ਡ ਹੋਣ ਕਰਕੇ ਉਹ ਰਪਚਰ ਹੋ ਗਈਆਂ ਨੇ, ਜਿੱਥੇ ਏਰੀਆ ਦੇ ਵਿੱਚ ਜਾ ਕੇ ਉਹ रप्चर हुई ने उस एरिया दे इन्फ्लामेटरी फॉर्म या फिर ओदी की है टोटल ब्रेन दा प्रेशर्स नू ऑब्जर्व किया जाता। नेक्स्ट आ गया कॉम्प्लिकेशंस। वेरिसियल्स ब्लीडिंग, कित्थे वेरिसियल्स ब्लीडिंग हो सकती है ज्यादा। कंजेस्टिव गैस्ट्रोट्रॉपी, इहदे विच जिहड़ी की गैस्ट्रिक दी ट्रॉपी इंक्रीजिंग हो सकता है वा। हाइपरसेप्लिनिज्म, स्प्लीन का साइज है जिहड़ा इंक्रीज हो सकता है। पेशेंट नू असाइटिस एब्डोमिनल कैविटी दे विच हेमोरेज होने करके असाइटिस हो सकता है। पेरिटोनियल कैविटी दे विच इन्फ्लामेशंस हो सकती है। रीनल फेलियर, पेशेंट्स दे जिहड़ियां किडनीज में फेलियर्स हो सकदियां ने ड्यू टू द लैक ऑफ ब्लड सप्लाई और फर्दर ब्लीडिंग रप्चर हो गई है जिहदे करके प्रॉपरली ब्लड सर्कुलेशन है जिहड़ा वो डिस्टर्ब हो गया। हेपेटिक इंसैफलोपैथी की है, उहदे विच की है इंसैफलोपैथी टिश्यूज की डेथ हो सकती है लीवर से। नेक्स्ट आ गया मैनेजमेंट। Medical management, pharmacologically management. First one is to the drugs, that is the vasoconstricted drugs ਹੁੰਦੀਆਂ ਨੇ ਜਿਹੜੀਆਂ ਕੀ ਆ ਵੈਸੋਸ ਦੇ ਐਕਟਿਵ ਨੂੰ ਸਟਿਮੂਲੇਟ ਕਰਦੀਆਂ ਨੇ ਜਿਹਦੇ ਕਰਕੇ ਕੀ ਆ ਵੈਸੋ ਕੰਪਰੈਸ਼ਨਸ ਦੇਵਾਂਗੇ, ਵੈਸੋਪ੍ਰੈਸ਼ਰਿਨਸ ਐਂਡ ਗਲਾਈਕੋਪ੍ਰੈਸਿਨ ਡਰੱਗਸ ਆ ਜਿਹੜੀਆਂ ਕੀ ਆ ਵੈਸਲਸ ਦੇ ਵਿੱਚ ਕੀ ਆ ਕਲॉटिंग ਫੈਕਟਰ ਨੂੰ ਪ੍ਰਮੋਟ ਕਰਦੀਆਂ ਨੇ ਔਰ ਬਲੀਡਿੰਗ ਨੂੰ ਰੋਕਦੀਆਂ ਨੇ, ਬਲੱਡ ਵੈਸਲਸ ਨੂੰ ਐਕਟੀਵੇਟ ਕਰਦੀਆਂ ਨੇ। Vasodilator is to the nitroglycerins and isosorbins definite to trigger portal vein flow and to the beta blocker protopanadol that is the vascular resistant decrease करती है and to the stemostane that decrease the collateral pressure। ਇਹ ਅਸੀਂ vasodilator उस conditions ਦੇ ਵਿੱਚ ਦਿੰਦੇ ਹਾਂ ਜਦੋਂ ਸਾਨੂੰ ਪਤਾ ਹੋਵੇ ਕਿ portal vein ਦਾ ਜਿਹੜਾ pressure ਆ ਉਹ higher ਹੋਇਆ ਸੀ due to the thrombosis। ਕਿਸੇ clotting factors ਕਰਕੇ ਜਦੋਂ blood vessels ਦੇ ਉੱਤੇ pressure ਜ਼ਿਆਦਾ ਹੋਣ ਕਰਕੇ ਤਾਂ ਉਹ rupture ਹੋਈ ਹੈ ड्यू टू द थ्रोम्बोसिस। फिर की असी क्लॉटिंग फैक्टर्स जेडे प्रमोट कर रही ने उहदे लई असी वेसो डायलेटेड ड्रग देवांगे ताकि जिहड़ी उहदे नाल वैसल्स ने जिहड़ियां डायलेट हो जाण और क्लॉट की आ टोटल ते अपना प्रेशर है जिहड़ा वो ना होवे। स्क्लेरोथेरेपी, इन दिस ऑपरेटर passes an endoscopic into the esophagus। esophagus ਦੇ ਥਰੂ ਅਸੀਂ endoscopic ਦੇ ਥਰੂ ਅਸੀਂ ਉਸ ਨੂੰ ਇਨਸਰਟ ਕਰਦੇ ਹਾਂ। Injections of secularizing agent Mohran Na that is flow into the varices, inflammations of the fibrosis and the vein occur। इस फॉर्म ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਇਹ ਇੱਕ फॉर एग्जांपल ਅਸੀਂ ग्लू फॉर्म टाइप ਦਾ इंजेक्शन ਹੁੰਦਾ ਜਿਹੜੇ ਪਾर्ट ਤੇ ਜਾ ਕੇ veins ਦੀ bleeding ਹੋ ਰਹੀ ਹੈ ਉਸੇ ਪਾर्ट ਦੇ ਉੱਪਰ ਜਾ ਕੇ ਇਸ ਨੂੰ ਪਲਾਂਟ ਕਰਕੇ ਇੰਜੈਕਸ਼ਨ ਦੇ ਨਾਲ ਬਲੀਡਿੰਗ ਨੂੰ ਰੋਕਿਆ ਜਾਂਦਾ ਜਿਸ ਤਰ੍ਹਾਂ ਕੀ ਆ ਸਕਲੈਰੋਸ ਥੈਰੇਪੀਜ਼ ਨੀਡਲਸ ਹੈ ਜਿਹਦੇ ਵਿੱਚ ਇੰਜੈਕਸ਼ਨ ਐਂਡੋਸਕੋਪਿਕ ਦੇ ਥਰੂ ਹੀ ਹੁੰਦਾ ਜਿੱਦਾਂ ਕਿ ਇਹ ਬਲੱਡ ਵੈਸਲਸ ਨੇ ਜਿਹੜੀਆਂ ਇਹਨਾਂ ਦੇ ਵਿੱਚੋਂ ਬਲੀਡਿੰਗ ਰਪਚਰ ਹੋ ਰਹੀਆਂ ਨੇ ਬਲੀਡਿੰਗ ਹੋ ਰਹੀ ਹੈ ਤਾਂ ਇਸ ਫਾਰਮ ਦੇ ਵਿੱਚ ਕੀ ਅਸੀਂ ਕਲॉट ਆਫਟਰ ਦਾ ਇੰਜੈਕਸ਼ਨਸ ਦੇ ਨਾਲ ਉਸ ਏਰੀਏ ਨੂੰ ਬਲੱਡ ਵੈਸਲਸ ਨੂੰ ਕਲॉटिंग ਫੈਕਟਰ ਨਾਲ ਬੰਦ ਕਰ ਦਿੰਦੇ ਆ ਜਿਹਦੇ ਕਰਕੇ ਬਲੀਡਿੰਗ ਆ ਜਿਹੜੀ ਉਹ ਸਟਾਪ ਹੋ ਜਾਂਦੀ ਆ। The next is to the balloon tamponade. Apply pressure to the varices by balloon tamponade help to remove the secretions
ਜਦੋਂ ਕਿਸੇ ਬਲੱਡ ਵੈਸਲਸ ਦੇ ਉੱਤੇ ਬਲੀਡਿੰਗ ਹੋ ਰਹੀ ਹੈ ਤਾਂ ਉਸ ਦੇ ਉੱਤੇ ਕੰਪਰੈਸ਼ਨਸ ਦੇ ਨਾਲ ਬਲੀਡਿੰਗਸ ਨੂੰ ਰੋਕਿਆ ਜਾ ਸਕਦਾ ਹੈ ਔਰ since taken back more that is the inserted heavy two balloons ਅਸੀਂ inserted ਕਰ ਦਿੰਦੇ ਆ esophageal balloons and gastric balloons ਜਿਹੜੇ ਪਾਰਟ ਦੇ ਵਿੱਚ ਬਲੀਡਿੰਗ ਹੋ ਰਹੀ ਹੈ ਔਰ ਜਿੱਥੇ ਕਿਆ ਅਸੀਂ ਟੋਟਲੀ ਬਲੀਡਿੰਗ ਦਾ ਕੰਪਰੈਸ਼ਨਸ ਦੇ ਰਹੇ ਹਾਂ ਕੰਪਲਿਕੇਸ਼ਨਸ ਕੀ ਹੋ ਸਕਦੀ ਹੈ ਈਸੋਫੇਗਲ ਰਪਚਰ ਹੋ ਸਕਦੀ ਹੈ ਜੇ ਅਸੀਂ ਪ੍ਰੈਸ਼ਰ ਹਾਇਰ ਕਰ ਦਿੰਦੇ ਆ ਜਾਂ ਐਸਪੀਰੇਸ਼ਨਸ ਨਿਮੋਨੀਆ ਪੇਸ਼ੈਂਟਸ ਦੇ ਕੋਈ ਵੀ ਫੂਡ ਪਾਰਟੀਕਲਸ ਜਾਂ ਸਿਕ੍ਰੀਸ਼ਨ ਜਿਹੜੀਆਂ ਬੈਕ ਫਲੋ ਆਉਂਦੀਆਂ ਨੇ ਇੰਟਰਨਲ ਪ੍ਰੈਸ਼ਰ ਦੇ ਨਾਲ ਉਹ ਪੇਸ਼ੈਂਟ ਐਸਪੀਰੇਟ ਕਰ ਸਕਦਾ ਬੈਲੂਨ ਥੈਰੇਪੀ ਦੇ ਵਿੱਚ ਕੀ ਹੈ ਕਿ ਈਸੋਫੇਗਸ ਦੇ ਵਿੱਚ ਕਿਸੇ ਵੀ ਪਾਰਟ ਦੇ ਉੱਤੇ ਜਦੋਂ ਬਲੀਡਿੰਗ ਹੁੰਦੀ ਹੈ ਤਾਂ ਬੈਲੂਨਸ ਦੇ ਨਾਲ ਉਹਨੂੰ ਪ੍ਰੈਸ਼ਰਾਈਜ਼ਡ ਕਰਕੇ ਉਸ ਨੂੰ ਕੰਪਰੈਸ਼ਨਸ ਨੂੰ ਦੇ ਨਾਲ ਬਲੀਡਿੰਗ ਨੂੰ ਰੋਕਿਆ ਜਾਂਦਾ ਹੈ ਬਟ ਇਹਦੀ ਮੇਨ ਕੰਪਲਿਕੇਸ਼ਨਸ ਕੀ ਹੈ ਜੇ ਪ੍ਰੈਸ਼ਰ ਲੈਸ ਹੋਏਗਾ ਤਾਂ ਬਲੀਡਿੰਗ ਦੇ ਉੱਤੇ ਪ੍ਰੈਸ਼ਰ ਨਹੀਂ ਪੈਣਾ ਔਰ ਬਲੀਡਿੰਗ ਇੰਟਰਨਲੀ ਹੁੰਦੀ ਰਹੇਗੀ ਔਰ ਪੇਸ਼ੈਂਟ ਐਸਪੀਰੇਟ ਕਰ ਸਕਦਾ ਹੈ ਬਟ ਜੇ ਪ੍ਰੈਸ਼ਰ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ ਤਾਂ ਪੇਸ਼ੈਂਟਸ ਦੇ ਵਿੱਚ ਕੀ ਹੈ ਈਸੋਫੇਗਸ ਹੈ ਜਿਹੜੀ ਉਹ ਰਪਚਰ ਹੋ ਸਕਦੀ ਹੈ ਨੈਕਸਟ ਆ ਗਿਆ cold lavage direct ligation and to the EBL form ਦੇ ਵਿੱਚ ਕਹਿ ਦਿੰਦੇ ਆ this is the bandaging elastic bandaging ligation ਵੀ ਕਹਿੰਦੇ ਆ ਉਹਨੂੰ in this esophageal vessels is the ligation with a small elastic O-ring it help to controlling the acute varicose bleeding and prevent the rebleeding ਇਹਦੇ ਵਿੱਚ ਕੀ ਹੈ ਬਲੱਡ ਵੈਸਲ ਜਿੱਥੋਂ ਰਪਚਰ ਹੋਈ ਹੁੰਦੀ ਆ ਉਸ ਨੂੰ ਹੋਲਡ ਕਰਕੇ ਉਸ ਤੋਂ ਬਾਅਦ ਚੋਂ ਇਹ ਗੋਲਡ ਕਲਰ ਦੀ ਰਿੰਗ ਵਾ ਜਿਹੜੀ ਉਸ ਬਲੱਡ ਵੈਸਲਸ ਦੇ ਉੱਤੇ ਪਾ ਦਿੱਤੀ ਜਾਂਦੀ ਆ ਫਿਰ ਜਿਹਦੇ ਨਾਲ ਉਹ ਕੰਪਰੈਸ਼ਰਸ ਦੇ ਨਾਲ ਡਾਇਰੈਕਟਲੀ ਉਸ ਦੀ ਬਲੀਡਿੰਗ ਦਾ ਜਿਹੜਾ ਪ੍ਰੋਸੈਸ ਚੱਲ ਪੈਂਦਾ ਬਟ ਜਿੱਥੋਂ ਰਪਚਰ ਹੋਈ ਹੋਈ ਆ ਉਸ ਏਰੀਆਸ ਨੂੰ ਬੰਦ ਕਰ ਦਿੱਤਾ ਜਾਂਦਾ ਇੱਕ ਰਬਰਿਕ ਫਾਰਮ ਦੇ ਨਾਲ ਨੈਕਸਟ ਵਨ ਇਜ਼ ਦਾ ਸਰਜੀਕਲ ਮੈਨੇਜਮੈਂਟ ਸਟੰਟ ਪ੍ਰੋਸੀਜਰਸ ਹੁੰਦੇ ਆ ਫਰਸਟ ਵਨ ਇਜ਼ ਦ ਗੋਲਡ स्टंट प्रोसीजर दा टू रिड्यूस टोटल ब्लड फ्लो टू प्रिवेंट द वेरिसियल्स ब्लीडिंग जे बहुत ज़्यादा वेरिसल्स ਦੇ ਵਿੱਚੋਂ वेरिसल ब्लीडिंग हो जाएगी ਤਾਂ पेशेंट्स ਦੇ ਉੱਤੇ ਕੀ ਆ टोटल वेन ਹੈ ਜਿਹੜਾ ਉਹਦੇ ਨਾਲ डैमेजिंग हो जाऊगा लीवर सो इस करके टोटल वेन ਦਾ ਪ੍ਰੈਸ਼ਰ ਰਿਡਿਊਸ ਕੀਤਾ ਜਾਂਦਾ ਬਾय ਦਾ ਸ਼ੰਟਿੰਗ ਤਾਂ ਕਿ ਸਾਈਡ ਤੋਂ ਦੀ ਜਿਹੜਾ ਹਾਇਰ ਬਲੱਡ ਸਪਲਾਈ ਆ ਉਹ ਸਾਈਡ ਤੋਂ ਦੀ ਹੋ ਜਾਵੇ ਟੂ ਪ੍ਰੀਵੈਂਟ ਬਲੱਡ ਇਨਟੂ ਦ ਲੀਵਰ ਡਾਇਰੈਕਟਲੀ ਕੀ ਆ ਪ੍ਰੈਸ਼ਰ ਹੈ ਜਿਹੜਾ ਉਹ ਲੀਵਰ ਤੇ ਨਾ ਪਵੇ ਇਸ ਕਰਕੇ ਉਹਨੂੰ ਬਾਈਪਾਸ ਦੇ ਥਰੂ ਬਾਹਰ ਰੱਖਿਆ ਜਾਂਦਾ to increase the comfort of the patient ਜਿਹਦੇ ਨਾਲ ਕਿ ਪੇਸ਼ੈਂਟਸ ਨੂੰ ਜਦੋਂ ਪ੍ਰੈਸ਼ਰ ਹਾਇਰ ਹੋਏਗਾ ਤਾਂ ਉਹਦੇ ਐਬਡੋਮਿਨਲ ਕ੍ਰੈਂਪਿੰਗ ਪੇਨ ਹੋਏਗੀ ਸੋ ਜਿਸ ਕਰਕੇ ਪੇਸ਼ੈਂਟਸ ਦੇ ਇਹ ਸਾਰੇ ਸਿੰਪਟਮਸ ਨੂੰ ਰਿਡਿਊਸ ਕਰਨ ਦੇ ਲਈ ਇਹ ਕੰਫਰਟ ਪ੍ਰੋਵਾਈਡ ਕਰਵਾਉਂਦਾ ਪੇਸ਼ੈਂਟ ਨੂੰ ਨੈਕਸਟ ਇਜ਼ ਦਾ ਟੋਟਲ ਡੀਕੰਪਰੈਸਿਵ ਪ੍ਰੋਸੀਜਰ ਹੁਣ ਇਹਦੇ ਵਿੱਚ ਕੀ ਹੈ ਕਿ ਡੀਕੰਪਰੈਸ ਉਸ ਏਰੀਆ ਦੇ ਪ੍ਰੈਸ਼ਰ ਹੈ ਜਿਹੜਾ ਉਸ ਨੂੰ ਰਿਡਿਊਸ ਕਰਨ ਦੇ ਲਈ ਸ਼ੰਟ ਸਰਜਰੀਜ਼ ਡਿਵਾਈਡਡ ਇਨਟੂ 3 ਗਰੁੱਪ ਦੇ ਵਿੱਚ ਹੁੰਦੀ ਆ ਟੋਟਲ ਸ਼ੰਟਿੰਗ ਪਾਰਸ਼ੀਅਲਸ ਐਂਡ ਸਿਲੈਕਟਿਵ ਟੋਟਲ ਹੁੰਦਾ ਹੈ ਕਿ ਟੋਟਲੀ ਜਿਹੜੀ ਕੀ ਆ ਟੋਟਲ ਵੇਨ ਦੀ ਬਲੱਡ ਸਪਲਾਈ ਆ ਉਹ ਆਊਟਰ ਸਾਈਡ ਦੀ ਹੋ ਜਾਵੇ ਪਾਰਸ਼ਲੀ ਹਾਫ ਜਾਂ ਫਿਰ ਸਿਲੈਕਟਿਵਲੀ ਕਿਸੇ ਪਾਰਟ ਦੇ ਵਿੱਚੋਂ ਜਿੱਥੇ ਜਾ ਕੇ ਉਹ ਪ੍ਰੈਸ਼ਰ ਕਰਦੀ ਆ ਉਸ ਪਾਰਟਿਕੂਲਰ ਪਾਰਟ ਦੇ ਉੱਤੋਂ ਜਾ ਕੇ ਅਸੀਂ ਸ਼ੰਟ ਕਰਕੇ ਉਹਦੀ ਬਾਈਪਾਸ ਜਿਹੜੀ ਕੀ ਹੈ ਸਪਲਾਈ ਆ ਉਸ ਨੂੰ ਪ੍ਰਮੋਟ ਕਰ ਸਕਦੇ ਹਾਂ प्रोटो सिस्टमैटिक शंट प्रोसीजर इज डिवाइडेड इनटू 5 टाइप्स जे ਅਸੀਂ सिस्टमैटिक ਕਰਦੇ ਆ ਤਾਂ ਉਹਦੇ ਪਾਰਟਿਕੂਲਰ ਪਾਰਟ ਦੇ ਉੱਤੇ ਕਰਦੇ ਆ ਤਾਂ ਪ੍ਰੋਟੋ ਕੇਬਲ ਸਾਈਡ ਟੂ ਸਾਈਡ ਜਾਂ ਤਾਂ ਸਾਈਡ ਟੂ ਸਾਈਡ ਕਨਵਰਟਡ ਹੋ ਜਾਂਦਾ ਜਾਂ ਪ੍ਰੋਟੋ ਕੇਬਲ ਐਂਡ ਟੂ ਦ ਸਾਈਡ ਬਿਲਕੁਲ ਇੱਕ ਸਾਈਡ ਤੋਂ ਸ਼ੁਰੂ ਕਰਕੇ ਦੂਸਰੇ ਪੋਰਸ਼ਨਸ ਦੇ ਐਂਡ ਤੋਂ ਜਾਂ ਫਿਰ ਕੀ ਆ ਗੈਵੋ ਮੈਸਨੈਸਟ੍ਰਿਕ ਮੀਨਿੰਗ ਕੀ ਆ ਪਾਰਟਿਕੂਲਰ ਪਾਰਟ ਦਾ ਜਾਂ ਮਿਨਿਸਟ੍ਰਿਕ ਫਾਰਮ ਦੇ ਵਿੱਚ ਆ ਜਾਂਦਾ ਸੈਂਟਰਲ ਸੈਪਲੀਨੋ ਰੀਨਲ ਦੇ ਵਿੱਚ ਜਾਂ ਸਪਲੀਨ ਤੇ ਰੀਨਲ ਦੇ ਵਿੱਚ ਸੈਂਟਰਲ ਪਾਰਟ ਤੋਂ ਜਾਂ ਫਿਰ ਡਿਸਟਲ ਪਾਰਟ ਤੋਂ ਨੈਕਸਟ ਸਰਜਰੀਜ਼ ਤੁਸੀਂ ਦੇਖ ਸਕਦੇ ਹੋ ਫਸਟ ਫਾਰਮ ਦੇ ਵਿੱਚ ਕੀ ਹੈ ਕਿ ਉਹਦੀ ਪੋਰਟਲ ਵੇਨ ਨੂੰ ਡਾਇਰੈਕਟਲੀ ਰਿਮੂਵਡ ਕਰ ਦਿੱਤਾ ਗਿਆ ਸੈਕੰਡਲੀ ਉਸ ਨੂੰ ਬੰਦ ਹੋ ਗਿਆ ਐਂਡ ਦ ਥਰਡ ਵਨ ਕੀ ਹੈ ਕਿ ਸਿਸਟਮੈਟਿਕਲੀ ਕੀ ਹੈ ਕਿ ਉਹਨੂੰ ਅਲੱਗ ਜਿਹੜੇ ਪੋਰਸ਼ਨਸ ਉਹਨੂੰ ਪ੍ਰੋਬਲਮ ਹੈ 2 to 3 ਪਾਰਟ ਦੇ ਵਿੱਚ ਅਸੀਂ ਉਸ ਨੂੰ ਕਰਦੇ ਆ ਐਂਡ ਡੀ ਦੇ ਵਿੱਚ ਕੀ ਹੈ ਕਿ ਜਿਹਦੇ ਨਾਲ ਕੀ ਹੈ ਡਾਇਰੈਕਟਲੀ ਉਹ ਕਿਡਨੀ ਦੇ ਨਾਲੋਂ ਇਧਰੋਂ ਬੰਦ ਕਰਕੇ ਉੱਪਰ ਤੋਂ ਦੀ ਜੋੜਿਆ ਗਿਆ ਸਪਲੀਨ ਦੇ ਨਾਲ ਸੌਰੀ ਸੋ ਜਿਹਦੇ ਕਰਕੇ ਕੀ ਹੈ ਉਹ ਸਪਲੀਨੋਗ੍ਰੇਡਿਕ ਦੇ ਨਾਲ ਵੀ ਉਹ ਹੋ ਸਕਦਾ ਹੈ ਟੋਟਲ ਨਾਨ ਕੰਪਰੈਸਿਵ ਸਰਜਰੀਜ਼ ਹੁਣ ਜਿਹਦੇ ਵਿੱਚ ਕੀ ਹੈ ਕੰਪਰੈਸ਼ਨ ਤਾਂ ਨਹੀਂ ਸੀ ਬਟ ਸਰਜਰੀਜ਼ ਦੇ ਉੱਤੇ ਜਿਹੜਾ ਪ੍ਰੈਸ਼ਰਾਈਜ਼ ਸੀ ਬਟ ਉਹਦੇ ਨਾਲ ਕੀ ਹੈ ਡੈਮੇਜਿੰਗ ਹੋ ਰਿਹਾ ਸੀ ਬਲੱਡ ਵੈਸਲਸ ਉੱਥੇ obstructions ਕਰਕੇ ਬਲੌਕੇਜ ਸੀ ਜਾਂ ਟਿਊਮਰ ਕਰਕੇ ਰੀਜ਼ਨ ਕਰਕੇ ਸੀ ਸੋ ਉਹਦੇ ਵਿੱਚ ਅਸੀਂ ਕੀ ਕਰਦੇ ਆ ट्रांसग्यूगुलर इंट्राहेपेटिक प्रोटोसिस्टमैटिक स्टंट ਹੁਣ ਇਹਦੇ ਵਿੱਚ ਕੀ ਹੈ ਟ੍ਰਾਂਸ ਮੀਨਸ ਕਿ ਟੇਡਾ ਜੁਗੂਲਰ ਤੋਂ ਅਸੀਂ ਇੰਟਰਾਹੈਪੈਟਿਕ ਫਾਰਮ ਦੇ ਨਾਲ ਟੇਡੀ ਫਾਰਮ ਦੇ ਵਿੱਚ ਸਟੰਟ ਪਾ ਦਿੰਦੇ ਆ ਜਿਹਦੇ ਨਾਲ ਕੀ ਉਸ ਏਰੀਆ ਤੇ ਇਹ ਬਲੌਕੇਜ ਜਾਂ ਟਿਊਮਰ ਕਰਕੇ ਕੰਪਰੈਸ ਹੋ ਰਿਹਾ ਤਾਂ ਕਰਕੇ ਹਾਈਪਰਟੈਂਸ਼ਨ ਪ੍ਰੈਸ਼ਰ ਹੈ ਜਿਹੜਾ ਵੱਧ ਰਿਹਾ ਉਸ ਚੀਜ਼ ਨੂੰ ਪ੍ਰੀਵੈਂਟ ਕਰ ਸਕਦੇ ਆ ਇਨ ਦਿਸ ਇੰਟਰਾਹੈਪੈਟਿਕ ਮੈਟਲਿਕ
self-expandable shunt is placed between to the hepatic vein and portal vein ਜਿਹੜੀ ਕੀ ਹੈ hepatic and portal vein ਦੋਨਾਂ ਦੇ ਵਿਚਕਾਰ ਕੀ ਹੈ ਉਹ shunt ਹੈ ਜਿਹੜਾ ਉਹ implant ਹੋਊਗਾ देख सकते हो फर्स्ट फॉर्म ਦੇ ਵਿੱਚ ਕੀ ਹੈ कि ਹੈਪੈਟਿਕ ਵੇਨ ਹੈ ਜਿਹੜੀ ਉਹ ਹੈ ਦੈਨ ਇਹ ਚੋਂ ਦਾ ਪੰਚਰ ਨੀਡਲ ਦੇ ਨਾਲ ਅਸੀਂ ਹੈਪੈਟਿਕ ਵੇਨ ਨੂੰ ਪੰਚਰ ਕਰਦੇ ਆ ਫਿਰ ਦੋਨਾਂ ਦੇ ਵਿਚਕਾਰ ਇੱਕ ਕੈਥੇਟਰ ਇੰਪਲਾਂਟ ਕੀਤਾ ਜਾਂਦਾ ਫਿਰ ਕੈਥੇਟਰ ਇੰਪਲਾਂਟ ਹੋਣ ਤੋਂ ਬਾਅਦ ਜੋ ਡਾਇਲੇਟੇਸ਼ਨ ਵਿਦ ਦਾ ਬੈਲੂਨ ਕੈਥੇਟਰ ਨਾਲ ਉਸ ਨੂੰ ਡਾਇਲੇਟ ਕੀਤਾ ਜਾਂਦਾ ਫਿਰ ਉੱਥੇ ਸਟੰਟ ਇੰਪਲਾਂਟ ਹੋ ਜਾਂਦਾ ਸਟੰਟ ਦੇ ਨਾਲ ਕੀ ਆ ਕਿ ਡਾਇਰੈਕਟਲੀ ਜਿਹੜਾ ਉਹਨਾਂ ਦਾ ਸਰਕੂਲੇਸ਼ਨ ਆ ਉਹ ਚੱਲ ਪੈਂਦਾ ਨੈਕਸਟ ਵਨ ਇਜ਼ ਦਾ ਨਰਸਿੰਗ ਮੈਨੇਜਮੈਂਟ health history assessment, nursing diagnosed infective tissue perfusion later to portal hypertension and rupture of the esophageal varices, altered body comfort later to pain due to enlarged tender liver and high risk of injury later to alter clotting mechanism. So ਜਿਹਦੇ ਕਰਕੇ ਕੀ ਹੈ ਪੇਸ਼ੈਂਟਸ ਦੇ ਵਿੱਚ ਇਹ ਡਾਇਗਨੋਸਿਸ ਨੇ ਜਿਹੜੇ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ alter nutritional balance later to the abdominal distension high risk of infection later to the leukopenia, anxiety later to the surgical procedure, knowledge defect later to the disease and treatment. First was infective tissue perfusion later to portal hypertension and rupture of the esophageal varices. Nursing interventions की करना main assess for any bleeding, monitor vital signs of the patient, monitor urine output, avoid rough and spicy food, advise to avoid staining activity and to avoid NA diet, nitrogen diet. Alter body comfort related to pain due to enlarged tender liver. Assess pain, duration, onset and severity. Place patients in collar position. Adequate rest. Provide diet. Proper ventilation should be there. High risk of injury later to the altered clotting mechanism. Monitor patients properly. Treatment. Check the bleeding from to the gums. Any bleeding aa rahi hai. Check the presence of the melena and hematuria. Presence any fall and injury. Use small gauge needle. Apply genital pressure after the administration. Avoid vigorous nose bleeding. Straining during the bowel movements. Use soft brush and vitamin K administer. Patients ਦੇ internally जो bleeding हो रही है फिर उसਨੂੰ monitor करना. Alter nutritional balance later to the abdominal distension. Check the serum albumin (RBC) and check daily weight. Give calories diet normally. Increasing the CHO and fat resistant and protein and spares. Admit vitamin A, D, E and K. NA should be restricted. Small and frequent diet and oral hygiene. High risk of infection related to the leukopenia. Check the CBC, ESR. Maintain personal hygiene. Follow universal precautions. Sterility should maintain. Nutrition diet should be provided. Patient infection से prevent करने nosocomial infection especially one patient to second patient या hospitalized infection से prevent करने दे लिए universally precautions ने ਜਿਹੜੀਆਂ ਉਹ use ਕਰਨੀਆਂ ਨੇ. Thank you students.